ਹੁਣ ਬਹੁਤ ਸਾਰੇ ਤੁਸੀਂ ਵਪਾਰੀ ਦੇਖੇ ਹੋਣੇ, ਮੈਂ ਨਾਂ ਕਿਸੇ ਦਾ ਨਹੀਂ ਲਵਾਂਗਾ, ਇੱਦਾਂ ਦੇ ਕਈ 100 ਨੂੰ ਤਾਂ ਮੈਂ ਹੀ ਜਾਣਦਾ, ਜਿਹੜੇ ਕਰੋੜਪਤੀ ਨੇ, ਅਰਬਪਤੀ ਨੇ, ਅਤੇ ਘਰ ਜਨਾਨੀ ਵੀ ਰੱਖੀ ਹੋਈ ਹੈ ਅਤੇ ਬਾਹਰ ਵੀ 2 ਰੱਖੀਆਂ ਹੋਈਆਂ। ਇਸਲਾਮ ਕਹਿੰਦਾ ਜਿਹੜੀਆਂ ਬਾਹਰ ਰੱਖੀਆਂ ਹੋਈਆਂ ਇਹਨਾਂ ਦੀ ਜਿਹੜੀ ਔਲਾਦ ਹੋ ਰਹੀ ਹੈ ਜਾਂ ਇਹਨਾਂ ਦਾ ਤੇਰਾ ਜਿਹੜਾ ਰਿਸ਼ਤਾ ਹੈ ਉਹ ਦੁਨੀਆ ਦੀ ਨਿਗਾਹ 'ਚ ਕੀ ਹੈ? ਉਹ ਸਿਰਫ ਬਦਮਾਸ਼ੀ ਕਰਨ ਲਈ ਹੈ, ਸਿਰਫ ਅਯਾਸ਼ੀ ਕਰਨ ਲਈ ਹੈ। ਉਹ ਵੀ ਤਾਂ ਕਿਸੇ ਦੀ ਬੇਟੀ ਹੈ, ਕਿਸੇ ਦੀ ਭੈਣ ਹੈ। ਜੇ ਤੂੰ ਐਡਾ ਹੀ ਵੱਡਾ ਮਰਦ ਬਣਦਾ ਹੈ ਅਤੇ ਫਿਰ ਉਹਨੂੰ ਆਪਣਾ ਨਾਮ ਦਿਓ। ਇਹ ਉਹਦੀ ਅਸਲ ਵਜ੍ਹਾ ਹੈ ਵੀ ਅਗਰ ਤੁਸੀਂ ਬੜੇ ਮਰਦ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਫਿਰ ਉਹਨੂੰ ਵੀ ਆਪਣਾ ਨਾਮ ਦਿਓ ਕਿ ਵੀ ਹਾਂ ਇਹ ਵੀ ਮੇਰੀ ਬੀਵੀ ਹੈ, ਇਹਦੀ ਔਲਾਦ ਦਾ ਬਾਪ ਵੀ ਮੈਂ ਹੀ ਹੈ, ਇਹ ਵੀ ਮੇਰੇ ਜਾਇਦਾਦ ਦੇ ਵਿੱਚ ਹਿੱਸੇਦਾਰ ਬਣੇਗੀ। ਦੂਸਰਾ ਫਿਰ ਇਸਲਾਮ ਨੇ ਕਿਹਾ ਵੀ ਅਗਰ ਤੁਸੀਂ ਸਮਰਥ ਵੀ ਹੋ, ਤੁਹਾਡੇ ਸਿਸਟਮ 'ਚ ਨੇੜੇ ਤੇੜੇ ਕੋਈ ਐਸੀ ਔਰਤ ਬੇਵਾ ਹੋਗੀ ਜਿਹੜੀ ਬਿਲਕੁਲ ਜਵਾਨੀ 'ਚ ਉਹਦੇ ਨਾਲ ਕੋਈ ਸ਼ਾਦੀ ਨਹੀਂ ਕਰ ਰਿਹਾ, ਉਹਦਾ ਸਹਾਰਾ ਬਣਨ ਦੇ ਲਈ ਅਗਰ ਤੁਸੀਂ ਸਮਾਜਿਕ ਤੌਰ 'ਤੇ ਉਹਦਾ ਸਾਥ ਦੇਣਾ ਚਾਹੁੰਦੇ ਹੋ। ਹੁਣ ਇਹ ਤਾਂ ਨਹੀਂ ਕਿ ਤੁਸੀਂ ਕਿਸੇ ਦੀ ਬੇਵਾ ਨੂੰ ਕਹੋ ਜੀ ਮੈਂ ਤੈਨੂੰ ਰੱਖ ਲੈਣਾ ਆਪਣੇ ਨਾਲ, ਲੋਕੀ ਕਹਿਣਗੇ ਵੀ ਨਜਾਇਜ਼ ਤੌਰ 'ਤੇ ਰੱਖੀ ਹੋਈ। ਫਿਰ ਇਸਲਾਮ ਕਹਿੰਦਾ ਵੀ ਤੁਸੀਂ ਇਹਨੂੰ ਆਪਣਾ ਨਾਮ ਦੇ ਸਕਦੇ ਹੋ। ਅਤੇ ਇਹ ਦੁਨੀਆ ਨੂੰ ਅਯਾਸ਼ੀ, ਬਦਮਾਸ਼ੀ ਔਰ ਜ਼ਿਨਾ ਜੈਸੀ ਗੰਦੀ ਆਦਤਾਂ ਤੋਂ ਬਚਾਉਣ ਦੇ ਲਈ ਸਮਰਥ ਲੋਕਾਂ ਦੇ ਲਈ ਇਹ ਹੁਕਮ ਦਿੱਤਾ ਗਿਆ ਹੈ ਕਿ ਵਰਨਾ ਤੁਸੀਂ ਆਮ ਦੇਖੋ ਤਕਰੀਬਨ 100% ਮੁਸਲਮਾਨਾਂ ਦੀ ਇੱਕੋ ਹੀ ਬੀਵੀ ਹੁੰਦੀ ਹੈ। ਕੋਈ ਕਿਤੇ ਐਸਾ ਕੇਸ ਹੋਏਗਾ, ਔਰ ਅਗਰ ਹੋਏਗਾ, ਅਗਰ 2 ਬੀਵੀਆਂ ਹੈ ਤਾਂ ਮੈਂ ਸਮਝਦਾ ਅਗਰ ਉਹ ਸਮਰਥ ਹੈ ਔਰ ਦੋਨਾਂ ਨੂੰ ਉਹਦਾ ਹੱਕ ਦੇ ਰਿਹਾ ਤਾਂ ਅੱਛੀ ਗੱਲ ਹੈ। ਲੇਕਿਨ ਉਹ ਉਹਨਾਂ ਲੋਕਾਂ ਤੋਂ ਬਹੁਤ ਚੰਗਾ ਹੈ ਕਿ ਜਿਨ੍ਹਾਂ ਨੇ ਬਾਹਰ 2 ਰੱਖੀਆਂ ਹੋਈਆਂ, ਉਹਨਾਂ ਦੇ ਨਾਲ ਅਯਾਸ਼ੀ ਕਰ ਰਹੇ ਹੈ, ਟਾਈਮ ਸਪੈਂਡ ਕਰ ਰਹੇ ਹੈ, ਫਿਰ ਪੰਗੇ ਪੈਂਦੇ ਪਏ ਹੈ, ਫਿਰ ਉਹ ਕੋਈ DNA ਟੈਸਟ ਕਰਾ ਰਹੀ ਹੈ ਜੀ ਮੁੰਡਾ ਇਹਦਾ ਸੀ ਜੀ ਇਹਦਾ ਸੀ, ਫਿਰ ਆਪਣੀ ਬੇਇੱਜ਼ਤੀ ਵੀ ਕਰਾ ਰਹੇ ਹੈ ਸਮਾਜ ਦੇ ਵਿੱਚ। ਅਤੇ ਉਹਨਾਂ ਤੋਂ ਅੱਛਾ ਹੈ ਕਿ ਇਸਲਾਮ ਦਾ ਇਹ ਜਿਹੜਾ ਰੂਲ ਹੈ ਉਹ ਸਿਰਫ ਇਸ ਲਈ ਹੈ ਕਿ ਤੁਸੀਂ ਕੋਈ ਗਲਤ ਕੰਮ ਨਾ ਕਰੋ। ਅਗਰ ਕੁਛ ਤੁਹਾਡਾ ਜਿਸਮ ਇਜਾਜ਼ਤ ਦਿੰਦਾ ਹੈ, ਤੁਹਾਡੀ ਜੇਬ ਇਜਾਜ਼ਤ ਦਿੰਦੀ ਹੈ, ਅਤੇ ਦੂਸਰੇ ਦੀ ਜਿਸ ਦੀ ਬੇਟੀ ਨਾਲ, ਭੈਣ ਦੇ ਨਾਲ ਤੁਸੀਂ ਤਾਲੁਕ ਰੱਖਣਾ ਵੀ ਚਾਹੁੰਦੇ ਹੋ ਅਤੇ ਜਾਇਜ਼ ਤਰੀਕੇ ਦੇ ਨਾਲ ਉਹਨੂੰ ਬੀਵੀ ਬਣਾ ਕੇ ਉਹਦਾ ਹੱਕ ਜਿਹੜਾ ਉਹ ਦੇਣਾ ਚਾਹੀਦਾ। ਜਿਵੇਂ ਇੱਥੇ ਲੱਗਦਾ ਨਹੀਂ ਗਲਤ ਹੈ ਵੀ ਜਿਸ ਤਰੀਕੇ ਦੇ ਨਾਲ ਔਰਤ ਹੈ, ਕੋਈ ਆਪਣਾ ਮਰਦ ਹੈ ਜਿਹੜਾ ਉਹਨੂੰ ਵੰਡਦੀ ਨਹੀਂ ਹੈਗੀ, ਅਤੇ ਘਰ ਦੇ ਵਿੱਚ 2 ਬੀਵੀਆਂ ਹੋਣ, ਜਿਵੇਂ ਤੁਸੀਂ ਕਹਿੰਦੇ ਹੋ ਵੀ ਜੇ ਕਿਸੇ ਨੂੰ ਵਿਆਹ ਨਹੀਂ ਹੋ ਰਿਹਾ ਤਾਂ ਉਸ ਨੂੰ ਅਗਰ ਛੱਤ ਦੇ ਸਕਦੇ ਹੋ, ਸਹਾਰਾ ਦੇ ਸਕਦੇ ਹੋ, ਹੈ ਨਾ, ਤਾਂ ਉਹ ਲੱਗਦਾ ਨਹੀਂ ਕਿ ਵੀ ਉੱਥੇ ਗਲਤ ਹੋ ਜਾਂਦਾ। ਤਾਂ ਇਸੇ ਕਰਕੇ ਆਵਾਜ਼ ਚੱਕੀ ਜਾ ਰਹੀ ਹੈ ਕਈ ਲੇਡੀਜ਼ ਦੇ ਵੱਲੋਂ ਵੀ ਜਿਵੇਂ ਪਿੱਛੇ ਜੇ ਕੇਸ ਬਣੇ ਸੀਗੇ ਵੀ 3 ਤਲਾਕ ਨਹੀਂ ਹੋਣੇ ਚਾਹੀਦੇ। ਨਹੀਂ, 3 ਤਲਾਕ ਦੇ ਉੱਤੇ ਤਾਂ ਮੈਂ ਤੁਹਾਨੂੰ ਵਜ੍ਹਾ ਪੂਰੀ ਦੱਸ ਦਿੱਤੀ ਨਾ ਉਹਦੀ। ਇਸ ਤੋਂ ਇਲਾਵਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਇਸਲਾਮ ਦੇ ਵਿੱਚ ਔਰ ਦੁਨੀਆ 'ਚ ਵੀ ਇਹ ਤਾਂ ਸੋਸ਼ਲ ਮੀਡੀਆ ਕਹਿੰਦਾ ਵੀ ਔਰਤ ਦਾ ਸ਼ੋਸ਼ਣ ਬਹੁਤ ਹੋ ਰਿਹਾ। ਔਰਤ ਰਿਸਪੈਕਟਫੁਲ ਬਹੁਤ ਹੈ, ਉਹਦੀ ਡਿਗਨਿਟੀ ਬਹੁਤ ਹੈ। ਔਰਤ ਤੋਂ ਕਿਉਂਕਿ ਨਸਲ ਚੱਲਣੀ ਹੈ ਅਤੇ ਇਸ ਲਈ ਉਹ 1 ਤੋਂ ਜ਼ਿਆਦਾ ਮਰਦਾਂ ਦੇ ਨਾਲ ਤਾਲੁਕਾਤ ਕਦੀ ਜ਼ਿੰਦਗੀ ਦੇ ਵਿੱਚ ਕਾਇਮ ਨਹੀਂ ਕਰਦੀ, ਕਿਉਂਕਿ ਉਹਨੇ ਨਸਲ ਚਲਾਉਣੀ। ਅਤੇ ਮਰਦ ਜਿਹੜਾ ਹੈ ਕਿਉਂਕਿ ਸਰਬਰਾਹ ਹੈ, ਉਹ ਅਲੱਗ-ਅਲੱਗ ਔਲਾਦ ਦਾ ਬਾਪ ਬਣ ਸਕਦਾ ਹੈ, ਕੀ ਸਮਝੋ, ਔਰ ਉਹਨਾਂ ਨੂੰ ਵੀ ਉਹ ਦਰਜਾ ਦੇ ਸਕਦਾ ਹੈ, ਅਤੇ ਇਸ ਲਈ ਉਹਨੂੰ ਕਿਤੇ ਨਾ ਕਿਤੇ ਰਿਆਇਤ ਜਿਹੜੀ ਹੈ ਉਹ ਹਾਸਿਲ ਹੋਈ ਹੈ। ਲੱਗਦਾ ਕਿ ਮੁਸਲਿਮ ਕਮਿਊਨਿਟੀ ਨੂੰ ਭਾਰਤ ਦੇ ਵਿੱਚ ਜਾਂ ਭਾਰਤ ਤੋਂ ਬਾਹਰ ਕਿਸੇ ਕੰਟਰੀ ਦੇ ਵਿੱਚ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਦਾਂ ਹੈ ਕਿ ਇਸਲਾਮ 1450 ਸਾਲ ਪਹਿਲਾਂ ਹਜ਼ਰਤ ਮੁਹੰਮਦ ਸਾਹਿਬ ਨੇ ਜਦੋਂ ਸਾਨੂੰ ਅਤਾ ਕੀਤਾ ਅਤੇ ਉਹ ਤੋਂ ਸਭ ਤੋਂ ਪਹਿਲੀ ਕੋਸ਼ਿਸ਼ ਮੱਕੇ ਦੇ ਵਿੱਚ ਜਿਹੜੀ ਹੈ ਲਗਾਤਾਰ 20 ਸਾਲ ਜਾਰੀ ਰਹੀ ਕਿ ਕਿਸੇ ਤਰ੍ਹਾਂ ਉਹਨਾਂ ਦੇ ਪੈਰੋਕਾਰਾਂ ਨੂੰ ਰੋਕਿਆ ਜਾਵੇ। ਔਰ ਉਸ ਵੇਲੇ ਹਾਲਤ ਇਹ ਸੀ ਕਿ ਉਸ ਵੇਲੇ ਦੀ ਜਿਹੜੀ UNO ਹੈ, ਜਿਹਨੂੰ ਅਸੀਂ ਕੈਸਰੋ ਕਿਸਰਾ ਕਹਿੰਦੇ ਹਾਂ, ਅਤੇ ਉਹਨਾਂ ਨੇ ਤਕਰੀਬਨ 150 ਸਾਲ ਮੁਸਲਮਾਨਾਂ ਦੇ ਖਿਲਾਫ ਇੱਕ ਲੰਬਾ ਜੰਗੀ ਮਹਾਜ਼ ਜਿਹੜਾ ਉਹ ਖੋਲ੍ਹ ਕੇ ਰੱਖਿਆ। ਲੇਕਿਨ ਇਸਲਾਮ ਜਿਹੜਾ ਹੈ ਕਿਉਂਕਿ ਆਪਣੇ ਬੁਨਿਆਦੀ ਜਿਹੜੇ 2 ਅਸੂਲ ਹੈ ਸਾਡੇ, ਉਹਦੇ 'ਤੇ ਦ੍ਰਿੜਤਾ ਦੇ ਨਾਲ ਹੈ, ਅਤੇ ਇਸ ਲਈ ਇਸਲਾਮ ਦੁਨੀਆ 'ਚ ਜਿੱਥੇ ਵੀ ਪਹੁੰਚਿਆ ਅਤੇ ਉਹਨੇ ਆਪਸੀ ਭਾਈਚਾਰਕ ਜਿਹੜੀ ਹੈ ਸਾਂਝ ਉਹਨੂੰ ਸਥਾਪਿਤ ਕਰ ਲਿਆ। ਉਹ 2 ਅਸੂਲ ਸਿਰਫ ਇਹੀ ਸੀ ਕਿ ਖੁਦਾ ਔਰ ਉਸਦੇ ਰਸੂਲ ਨੂੰ ਮੰਨਣਾ, ਅਤੇ ਜਿਹੜਾ ਬੰਦਾ ਖੁਦਾ ਅਤੇ ਰਸੂਲ ਨੂੰ ਮੰਨੇਗਾ ਉਹ ਛੂਆ-ਛੂਤ ਨਹੀਂ ਕਰੇਗਾ, ਉਹ ਇਨਸਾਨਾਂ 'ਚ ਬਰਾਬਰੀ ਲੈ ਕੇ ਆਏਗਾ। ਕਿਉਂਕਿ ਇਹ ਤਾਂ ਬਹੁਤ ਸਾਰੇ ਲੋਕ ਹੈ ਜਿਹੜੇ ਇਬਾਦਤ ਕਰਨ ਦਾ ਤਰੀਕਾ ਦੱਸਦੇ, ਲੇਕਿਨ ਦੀਨ ਨੇ ਸਾਡੇ ਇਹ ਕਿਹਾ ਕਿ ਮਿਸਾਲ ਦੇ ਤੌਰ 'ਤੇ ਅਸੀਂ ਮਸਜਿਦ 'ਚ ਹੁਣੀ ਨਮਾਜ਼ ਪੜ੍ਹੀ ਹੈ, ਅਤੇ ਅਗਰ ਮੈਂ ਹੀ ਲੇਟ ਜਾਵਾਂ ਅਤੇ ਨਮਾਜ਼ ਸ਼ੁਰੂ ਹੋ ਗਈ ਤਾਂ ਮੈਨੂੰ ਪਿੱਛੇ ਨਮਾਜ਼ ਪੜ੍ਹਨੀ ਹੈ। ਜੇ ਜੁਮੇ ਦੀ ਨਮਾਜ਼ ਹੋ ਰਹੀ ਹੈ, ਮੈਂ ਹੋਰ ਲੇਟ ਆਵਾਂ ਅਤੇ ਹੋਰ ਪਿੱਛੇ। ਕੋਈ ਮੁਸਲਮਾਨ ਵਜ਼ੀਰ ਹੈ, ਕੋਈ ਅਫਸਰ ਹੈ ਵੱਡਾ, ਅਤੇ ਨਮਾਜ਼ ਸ਼ੁਰੂ ਹੋ ਗਈ ਸ਼ੁੱਕਰਵਾਰ ਨੂੰ, ਉਹ ਬਹੁਤ ਲੇਟ ਆਊਗਾ, ਉਹਨੂੰ ਵੀ ਕੋਈ ਅੱਗੇ ਨਹੀਂ ਲਿਜਾ ਸਕਦਾ, ਚਾਹੇ ਉਹ ਮੱਕੇ ਦੀ ਮਸਜਿਦ ਕਿਉਂ ਨਾ ਹੋਵੇ। ਫਿਰ ਜਿੱਥੇ ਅਸੀਂ ਜੁੱਤੀਆਂ ਲਾਉਂਦੇ ਉਹਨੇ ਉੱਥੇ ਕੱਪੜਾ ਵਿਛਾ ਕੇ ਨਮਾਜ਼ ਪੜ੍ਹਨੀ। ਅਤੇ ਇਸਲਾਮ ਦ੍ਰਿੜਤਾ ਦੇ ਨਾਲ ਇਸ ਗੱਲ ਦੇ ਉੱਤੇ ਕਾਇਮ ਹੈ ਕਿ ਇਨਸਾਨਾਂ 'ਚ ਉਹਨਾਂ ਦੇ ਰੰਗ ਦੀ ਵਜ੍ਹਾ ਨਾਲ ਜਾਂ ਦੌਲਤ ਦੀ ਵਜ੍ਹਾ ਨਾਲ ਕਿਸੇ ਬੰਦੇ ਨੂੰ ਕਿਸੇ ਦੇ ਉੱਤੇ ਕੋਈ ਅਹਿਮੀਅਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ। ਸੋਸ਼ਲ ਮੀਡੀਆ 'ਤੇ ਬੜੀ ਗੱਲ ਚੱਲਦੀ ਹੈ ਕਿ ਜਿਹੜੇ ਮੁਸਲਿਮ ਭਾਈਚਾਰਾ ਉਹਨੂੰ ਦਬਾਇਆ ਜਾਂਦਾ ਹੈ ਵੀ ਕਿਤੇ ਜਿੰਦਾ ਨਾ ਹੋ ਜਾਣ, ਵੀ ਜਿੰਦਾ ਹੋ ਗਏ, ਪਾਵਰ 'ਚ ਆ ਗਏ ਤਾਂ ਕਿਆਮਤ ਹੋਵੇਗੀ। ਨਹੀਂ, ਕਿਆਮਤ ਤਾਂ ਦੇਖੋ ਸਮੇਂ ਸਿਰ ਆਣੀ।
ਉਹ ਭਾਵੇਂ ਮੁਸਲਮਾਨਾਂ ਨੂੰ ਦਬਾਓ ਜਾਂ ਨਾ ਦਬਾਓ, ਕੀ ਸਮਝੋ। ਅਤੇ ਇਸ ਲਈ ਇਹ ਤਾਂ ਕੋਈ ਐਸੀ ਗੱਲ ਨਹੀਂ ਹੈ। ਕਿਆਮਤ ਤਾਂ ਆਪਣੇ ਤੈਅ ਸਮੇਂ ਦੇ ਮੁਤਾਬਕ ਜਦ ਦੁਨੀਆ 'ਚ ਬੁਰਾਈਆਂ ਤੇਜ਼ੀ ਨਾਲ ਵੱਧਦੀਆਂ ਜਾਣਗੀਆਂ ਅਤੇ ਸਮਾਂ ਹੈ ਇੱਕ ਜਦੋਂ ਦੁਨੀਆ ਜਿਹੜੀ ਹੈ ਉਹ ਖ਼ਤਮ ਹੋਣੀ ਹੈ। ਅਤੇ ਉਹਦੇ 'ਚ ਮੈਂ ਸਮਝਦਾ ਹਾਂ ਕਿ ਇਸ ਸਵਾਲ ਦਾ ਕੋਈ ਲੈਣਾ ਦੇਣਾ ਨਹੀਂ ਹੈ। ਕਿ ਕਾਬਾ ਦੇ ਵਿੱਚ ਸ਼ਿਵ ਕੈਦ ਨੇ? ਹਾਂ, ਇਹ ਮੈਂ ਵਾਇਲੀ ਮੈਮੋਰੀਅਲ ਹਾਈ ਸਕੂਲ 'ਚ ਪੜ੍ਹਿਆ। ਮੈਂ ਲੁਧਿਆਣਾ ਦੇ ਵਾਇਲੀ ਮੈਮੋਰੀਅਲ ਹਾਈ ਸਕੂਲ ਬਰਾਊਨ ਰੋਡ 'ਤੇ ਪੜ੍ਹਿਆ। ਅਤੇ ਜਦੋਂ ਅਸੀਂ 8ਵੀਂ 9ਵੀਂ 10ਵੀਂ 'ਚ ਸੀ ਅਤੇ ਮੈਂ ਇਕੱਲਾ ਹੀ ਮੁਸਲਮਾਨ ਸੀ ਪੂਰੀ ਕਲਾਸ ਦੇ ਵਿੱਚ। ਮੇਰੇ ਸਾਰੇ ਹੀ ਤਕਰੀਬਨ ਕੁਲੀਗ ਜਿਹੜੇ ਨੇ ਉਹ ਜਾਂ ਤਾਂ ਸਿੱਖ ਮੁੰਡੇ ਨੇ ਜਾਂ ਹਿੰਦੂ ਲੜਕੇ ਨੇ, 2-3 ਈਸਾਈ ਸੀਗੇ ਜਿੱਥੇ ਤੱਕ ਮੈਨੂੰ ਯਾਦ ਹੈ। ਅਤੇ ਸਾਡੀ ਆਪਸ 'ਚ ਪਿਆਰ ਮੁਹੱਬਤ ਹਮੇਸ਼ਾ ਕਾਇਮ ਰਹੀ। ਮੈਨੂੰ ਉਦੋਂ ਮੇਰੇ ਕਈ ਵਾਰੀ ਦੋਸਤਾਂ ਨੇ ਪੁੱਛਣਾ ਕਿ ਯਾਰ ਉੱਥੇ ਮੱਕੇ ਦੇ ਵਿੱਚ ਨਾ ਅਤੇ ਉਹਨਾਂ ਨੂੰ ਕੈਦ ਕਰ ਲਿੱਤਾ ਗਿਆ ਹੈ ਅਤੇ ਅਗਰ ਉੱਥੇ ਕੋਈ ਪਾਣੀ ਲੈ ਜਾਵੇ ਗੰਗਾ ਜਲ 'ਤੇ। ਅਤੇ ਮੇਰੇ ਦਾਦਾ ਜਿਹੜੇ ਸੀ ਬਹੁਤ ਬੜੇ ਆਲਿਮ ਸੀ ਉਸ ਵੇਲੇ ਪੰਜਾਬ ਦੇ, ਅਤੇ ਸਾਡੇ ਸਕੂਲ ਦੇ ਪ੍ਰੋਗਰਾਮਾਂ 'ਚ ਚੀਫ ਗੈਸਟ ਵੀ ਉਹੀ ਹੁੰਦੇ ਸੀ। ਅਤੇ ਮੈਂ ਇੱਕ ਦਿਨ ਘਰ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਉਹ ਇੱਦਾਂ ਮੇਰੇ ਕੁਝ ਦੋਸਤ ਕਹਿੰਦੇ ਕਿ ਵੀ ਇਹ ਸੱਚ ਹੈ। ਅਤੇ ਉਹਨਾਂ ਨੇ ਬੜਾ ਲੌਜੀਕਲੀ ਮੈਨੂੰ ਸਮਝਾਇਆ। ਕਹਿੰਦੇ ਬੇਟਾ ਐਂ ਦੱਸੋ ਵੀ ਉਹ ਕੀ ਕਹਿੰਦੇ ਆ ਵੀ ਕਿਹਨੂੰ ਕੈਦ ਕੀਤਾ ਗਿਆ? ਮੈਂ ਕਹਿੰਦਾ ਉਹ ਕਹਿੰਦੇ ਸਾਡੇ ਖੁਦਾ ਨੂੰ ਕੈਦ ਕਰ ਲਿਆ। ਕਹਿੰਦੇ ਅਗਰ ਉਹ ਖੁਦਾ ਹੈ ਤਾਂ ਫਿਰ ਕੈਦ ਨਹੀਂ ਹੋ ਸਕਦਾ, ਔਰ ਅਗਰ ਕੈਦ ਹੈ ਤਾਂ ਫਿਰ ਖੁਦਾ ਨਹੀਂ ਹੈ। ਅਤੇ ਇਸ ਲਈ ਇਹ ਮਨ ਘੜਤ ਕਹਾਣੀਆਂ ਜਿੱਦਾਂ ਆਪਾਂ ਆਪਣੇ ਕੋਲੋਂ ਬਣਾ ਲੈਂਦੇ ਹਾਂ ਅਲੱਗ-ਅਲੱਗ ਧਰਮਾਂ ਦੇ, ਅਤੇ ਇਹਦਾ ਕੋਈ ਮੂਲ ਤੌਰ 'ਤੇ ਕੋਈ ਹਕੀਕਤ ਜਿਹੜੀ ਹੈ ਇਹਦੇ ਵਿੱਚ ਜਿਹੜੀ ਹੈ ਨਹੀਂ ਛੁਪੀ ਹੋਈ। ਉਹ ਖਾਨਾ ਕਾਬਾ ਜਿਹਨੂੰ ਅਸੀਂ ਮੱਕਾ ਕਹਿੰਦੇ ਹਾਂ, ਉਹ ਬਲੈਕ ਕਲਰ ਦਾ ਨਹੀਂ ਹੈ, ਉਹਦਾ ਪੱਥਰ ਬਰਾਊਨ ਕਲਰ ਦਾ, ਲੇਕਿਨ ਉਹਦੇ ਬਲੈਕ ਕਲਰ ਦਾ ਗਿਲਾਫ ਹਰ ਸਾਲ ਉਹਦੇ ਉੱਤੇ ਇੱਕ ਚੜ੍ਹਾਈ ਦਾ, ਜਿਹਦੇ 'ਚ ਕੁਰਾਨ ਪਾਕ ਦੀਆਂ ਆਇਤਾਂ ਜਿਹੜੀਆਂ ਸਾਰਾ ਸਾਲ ਸੋਨੇ ਦੀ ਕਢਾਈ ਦੇ ਨਾਲ। ਇਸ ਲਈ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵੀ ਉਹ ਕਾਲੇ ਰੰਗ ਦਾ ਘਰ ਹੈ। ਉਹ ਕਾਲੇ ਰੰਗ ਦਾ ਨਹੀਂ ਹੈ, ਉਹਦਾ ਪੱਥਰ ਜਿਹੜਾ ਹੈ ਉਹ ਬਰਾਊਨਿਸ਼ ਹੈ। ਉਹਨੂੰ ਮੱਕੇ 'ਚ ਹੱਜ ਦੇ ਦਿਨਾਂ 'ਚ ਇਕੱਠਾ ਵੀ ਕੀਤਾ ਜਾਂਦਾ, ਹਰ ਸਾਲ ਤਬਦੀਲ ਵੀ ਕੀਤਾ ਜਾਂਦਾ। ਉਹਨੂੰ ਖਾਨੇ ਕਾਬਾ ਦਾ ਗਿਲਾਫ ਕਹਿੰਦੇ। ਅਤੇ ਇਸ ਲਈ ਐਸੀਆਂ ਜਿਹੜੀਆਂ ਕਹਾਣੀਆਂ ਉਹ ਆਪਾਂ ਆਮ ਤੌਰ 'ਤੇ, ਜਿੱਦਾਂ ਸਿੱਖਾਂ ਦੇ ਵਿੱਚ ਤੁਸੀਂ ਇੱਕ ਗੱਲ ਸੁਣੀ ਹੋਣੀ ਹੈ ਕਿ ਵੀ ਕਿਸੇ ਨੇ ਕਹਿ ਦਿੱਤਾ ਕਿ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਕਿ ਵੀ ਮੁਸਲਮਾਨ ਅਗਰ ਤਿਲਾਂ ਦੀ ਬੋਰੀਆਂ 'ਚ ਹੱਥ ਪਾ ਦੇਵੇ ਅਤੇ ਜਿੰਨੇ ਤਿਲ ਲੱਗ ਜਾਣ ਅਤੇ ਉਨੀ ਵਾਰੀ ਵੀ ਸੱਚ ਬੋਲੇ ਅਤੇ ਯਕੀਨ ਨਾ ਕਰਿਓ, ਜਦ ਕਿ ਇਹ ਬਿਲਕੁਲ ਮਨ ਘੜਤ ਔਰ ਝੂਠੀ ਰਿਵਾਇਤ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮੁਗਲਾਂ ਦੇ ਖਿਲਾਫ ਲੜ ਰਹੇ ਸੀਗੇ ਔਰ ਜਦੋਂ ਫੌਜਾਂ ਨੇ ਘੇਰਾ ਪਾ ਲਿਆ ਅਤੇ ਗੁਰੂ ਸਾਹਿਬ ਨੂੰ ਨਬੀ ਖਾਂ ਅਤੇ ਔਰ ਗਨੀ ਖਾਂ ਨੇ ਉੱਚ ਦਾ ਪੀਰ ਬਣਾ ਕੇ ਆਪਣੇ ਮੋਢੇ ਚੱਕਿਆ। ਤਾਂ ਅਗਰ ਗੁਰੂ ਸਾਹਿਬ ਨੂੰ ਮੁਸਲਮਾਨਾਂ ਦੇ ਉੱਤੇ ਯਕੀਨ ਸੀ ਤਾਂ ਹੀ ਉਹਨਾਂ ਨੂੰ ਇਹ ਸ਼ਰਫ ਦਿੱਤਾ ਕਿ ਉਹਨਾਂ ਦੇ ਮੋਢਿਆਂ 'ਤੇ ਉਹਨਾਂ ਨੇ ਸਵਾਰੀ ਕੀਤੀ ਹੈ। ਅਗਰ ਉਹਨਾਂ ਦੇ ਯਕੀਨ ਨਾ ਹੁੰਦਾ ਤਾਂ ਫਿਰ ਨਬੀ ਖਾਂ ਔਰ ਗਨੀ ਖਾਂ, ਪੀਰ ਬੁੱਧੂ ਸ਼ਾਹ ਜਿਹੇ ਲੋਕ ਜਿਹੜੇ ਨੇ ਉਹ ਜੰਗ ਦੇ ਇਸ ਇਤਿਹਾਸ ਦੇ ਵਿੱਚ ਕਦੀ ਕਿਤੇ ਨਜ਼ਰ ਨਾ ਆਉਂਦੇ। ਅਤੇ ਇੱਦਾਂ ਦੀਆਂ ਬਹੁਤ ਸਾਰੀਆਂ ਝੂਠੀਆਂ ਰਿਵਾਇਤਾਂ ਜਿਹੜੀਆਂ ਹੈ ਨਾ, ਸਮੇਂ ਸਿਰ ਕੁਛ ਐਸੇ ਅਨਸਰ ਹੁੰਦੇ ਆ ਜਿਹੜੇ ਚਾਹੁੰਦੇ ਨੇ ਕਿ ਕੌਮਾਂ ਦੇ ਵਿੱਚ, ਲੋਕਾਂ ਦੇ ਵਿੱਚ ਹਮੇਸ਼ਾ ਕੁਛ ਨਾ ਕੁਛ ਨਫ਼ਰਤ ਜਿਹੜੀ ਹੈ ਉਹ ਚੱਲਦੀ ਰਹੇ। ਅਤੇ ਇਸ ਲਈ ਕਦੀ ਵੀ ਮਨ ਘੜਤ ਗੱਲਾਂ ਜਿਹੜੀਆਂ ਉਹਨਾਂ 'ਤੇ ਇਤਬਾਰ ਨਹੀਂ ਕਰਨਾ। ਇਹ ਤੁਸੀਂ ਮੰਨਦੇ ਕਿ ਪੂਰੇ ਭਾਰਤ ਦੇ ਵਿੱਚ ਚਾਹੇ ਆਪਸ ਵਿੱਚ ਕੋਈ ਭਾਈਚਾਰਾ ਲੜ ਰਿਹਾ ਹੋਵੇ, ਲੇਕਿਨ ਪੰਜਾਬ ਦੇ ਵਿੱਚ ਸ਼ਾਂਤੀ ਰਹੀ ਹੈ? ਤੁਸੀਂ ਵੀ ਹਮੇਸ਼ਾ ਸਿੱਖ ਭਾਈਚਾਰੇ ਨਾਲ, ਹਿੰਦੂ ਭਾਈਚਾਰੇ ਨਾਲ, ਈਸਾਈ ਭਾਈਚਾਰੇ ਨਾਲ ਰਲ ਮਿਲ ਕੇ ਰਹਿੰਦੇ ਹੋ, ਹਮੇਸ਼ਾ ਇਹ ਵੀਡੀਓ ਵੀ ਦੇਖਣ ਨੂੰ ਮਿਲਦੀਆਂ ਨੇ। ਜੀ, ਅਸਲ 'ਚ ਪੰਜਾਬ ਦੀ ਜਿਹੜੀ ਧਰਤੀ ਹੈ ਨਾ, ਅਗਰ ਤੁਸੀਂ ਪੰਜਾਬ ਦਾ ਇਤਿਹਾਸ ਚੱਕੋਗੇ ਅਤੇ ਮੈਂ ਇੱਕ ਗੱਲ ਕਹਿੰਦਾ ਹੁੰਦਾ ਮੁਸਲਮਾਨਾਂ ਨੂੰ, ਹਿੰਦੂਆਂ ਨੂੰ ਵੀ ਕਹਿੰਦਾ ਹੁੰਦਾ, ਦੋਨਾਂ ਨੂੰ। ਮੈਂ ਕਿਹਾ ਅਗਰ ਗੁਰੂ ਨਾਨਕ ਦੇਵ ਜੀ ਦਾ ਤੁਸੀਂ ਇਤਿਹਾਸ ਚੱਕੋ, ਪਹਿਲੀ ਪਾਤਸ਼ਾਹੀ ਹੈ, ਅਤੇ ਜਦ ਉਹ ਪ੍ਰਗਟ ਹੋਏ ਕੌਣ ਲੋਕ ਸੀ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ? ਉਦੋਂ ਸਿੱਖ ਪੰਥ ਦੀ ਸਰਜਨਾ ਨਹੀਂ ਹੋਈ ਸੀ। ਕੌਣ ਸੀਗੇ? ਇੱਕ ਪਾਸੇ ਮੁਸਲਮਾਨ, ਇੱਕ ਪਾਸੇ ਹਿੰਦੂ ਭਰਾ। ਅਤੇ ਮੈਂ ਇਹਨਾਂ ਨੂੰ ਇਹੀ ਕਹਿਣਾ ਹੁੰਦਾ ਕਿ ਵੀ ਪਹਿਲੇ ਭਰਾ ਤਾਂ ਤੁਸੀਂ ਦੋਨੋਂ, ਫਿਰ ਤੁਹਾਡੇ ਵੱਡੇ ਭਰਾ ਸਰਦਾਰ ਆ ਗਏ, ਸਿੱਖ ਪੰਥ ਸਿਰਜਿਆ ਗਿਆ, ਫਿਰ ਤੁਸੀਂ ਇਹਨਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਬਣ ਗਏ। ਕੀ ਸਮਝੋ? ਹੁਣ ਇਹ ਕਿੱਦਾਂ ਹੋ ਸਕਦਾ ਵੀ ਤੁਸੀਂ ਇਸ ਗੱਲ ਨੂੰ ਭੁੱਲ ਜਾਓ ਕਿ ਪਹਿਲਾਂ ਅਸੀਂ ਦੋ ਸੀਗੇ, ਅਸੀਂ ਸਾਥ ਦਿੱਤਾ ਹੈ, ਉਹਨਾਂ ਦੀ ਪੈਰਵੀ ਕੀਤੀ, ਉਹਨਾਂ ਦੇ ਨਾਲ ਚੱਲੇ, ਚਾਹੇ ਭਾਈ ਮਰਦਾਨਾ ਹੋਏ, ਚਾਹੇ ਲਾਲੋ ਜੀ ਹੋਣ। ਕੀ ਸਮਝੇ? ਅਤੇ ਇਸ ਲਈ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ। ਪੰਜਾਬ ਦੀ ਜਿਹੜੀ ਮਿੱਟੀ ਹੈ ਇਹਦੇ 'ਚ ਜਦ ਤੁਸੀਂ ਕੋਈ ਬੀਜ ਬੋਓਗੇ ਨਾ ਸਾਡੀ ਮਿੱਟੀ ਦੇ ਵਿੱਚ, ਅਤੇ ਉਹ ਹਮੇਸ਼ਾ ਮੁਹੱਬਤ ਦਾ ਹੋਏਗਾ। ਕਣਕ ਮਿੱਠੀ ਹੁੰਦੀ ਹੈ। ਸਾਡੇ ਜਿਹੜਾ ਵੀ ਕੁਛ ਪੈਦਾ ਹੁੰਦਾ ਨਾ, ਤੁਸੀਂ ਕੋਈ ਵੀ ਚੀਜ਼ ਕੌੜੀ ਨਹੀਂ ਜੰਮਦੀ। ਅਗਰ ਤੁਸੀਂ ਇੱਥੇ ਨਫ਼ਰਤ ਦੇ ਬੀਜ ਬੋਓਗੇ ਉਹ ਉੱਗਣਗੇ ਹੀ ਨਹੀਂ। ਇਸ ਮਿੱਟੀ 'ਚ ਉਹ ਸਿਫਤ ਹੀ ਨਹੀਂ ਹੈ ਕਿ ਉਹਦੇ 'ਚ ਨਫ਼ਰਤ ਦੀ ਕੋਈ ਜਗ੍ਹਾ ਹੋਵੇ। ਦੇਖੋ 47 'ਚ ਕਿੱਡਾ ਵੱਡਾ ਸਾਕਾ ਹੋਇਆ, ਕਿੰਨੇ ਲੋਕ, ਮੁਸਲਮਾਨ, ਹਿੰਦੂ ਅਤੇ ਸਿੱਖ, ਇਹਨਾਂ ਤਿੰਨਾਂ ਕੌਮਾਂ ਦੇ ਲੱਖਾਂ ਲੋਕ ਜਿਹੜੇ ਉਹ ਮਾਰੇ ਗਏ।
ਤੇ ਸਭ ਤੋਂ ਪਹਿਲਾਂ ਮੈਂ ਸਮਝਦਾ ਹਾਂ ਕਿ ਪਿਛਲੇ 75 ਸਾਲਾਂ 'ਚ ਅਗਰ ਕਿਸੇ ਨੇ ਜ਼ਖਮ ਆਪਣੇ ਭਰ ਕੇ ਮਲਮ ਲਾ ਕੇ ਉਹਦੇ ਬਾਅਦ ਆਪਸ 'ਚ ਜੱਫੀ ਪਾਣੀ ਸ਼ੁਰੂ ਕਰਦੀ, ਉਹ ਵੀ ਸਿਰਫ ਪੰਜਾਬੀ ਨੇ, ਦੁਨੀਆ 'ਚ ਹੋਰ ਕੋਈ ਨਹੀਂ ਹੈ ਦੂਜਾ। ਅੱਜ ਵੀ ਜਿਹੜੇ ਇੱਕ ਦੂਜੇ ਨੂੰ ਯਾਦ ਕਰਦੇ, ਇੱਕ ਦੂਜੇ ਦੀ ਮੁਹੱਬਤਾਂ ਨੂੰ ਯਾਦ ਕਰਦੇ, ਇੱਕ ਦੂਜੇ ਦੇ ਪੁਰਖਿਆਂ ਦਾ ਨਾਮ ਇੱਜ਼ਤ ਨਾਲ ਲੈਂਦੇ, ਉਸ ਐਡੇ ਵੱਡੇ ਹੱਲਿਆਂ ਦੇ ਵਿੱਚ ਵੀ ਇੱਕ ਦੂਜੇ ਦੇ ਅਹਿਸਾਨ ਜਿਹੜੇ ਹੈ ਉਹਨਾਂ ਨੂੰ ਯਾਦ ਕਰਦੇ, ਆਪਣੀ ਔਲਾਦਾਂ ਨੂੰ ਦੱਸਦੇ ਹੈ। ਅਤੇ ਇਹ ਸਿਫਤ ਕਿਹਦੇ 'ਚ ਹੈ ਹਿੰਦੁਸਤਾਨ ਦੇ ਵਿੱਚ, ਉਹ ਵੀ ਸਿਰਫ ਪੰਜਾਬੀਆਂ ਦੇ ਵਿੱਚ ਹੀ ਹੈ। ਇਸ ਲਈ ਪੰਜਾਬ ਦੀ ਧਰਤੀ 'ਤੇ ਚਾਹੇ ਮੁਸਲਮਾਨ ਹੋਣ, ਹਿੰਦੂ ਹੋਣ, ਸਿੱਖ ਹੋਣ, ਦਲਿਤ ਭਾਈਚਾਰਾ ਹੋਵੇ, ਜੈਨੀ ਬੋਧੀ ਜਿਹੜੇ ਵੀ ਹੋਣ, ਈਸਾਈ ਭਾਈ ਹੋਣ, ਅਤੇ ਪੰਜਾਬ ਨੇ ਕਿਉਂਕਿ ਨਫ਼ਰਤ ਕਰਨੀ ਸਿਖਾਈ ਨਹੀਂ ਹੈ। ਸਾਡੀ ਕੀ ਕਹਿੰਦੇ ਹੈ DNA 'ਚ ਹੀ ਨਫ਼ਰਤ ਹੈ ਨਹੀਂ ਪੰਜਾਬ ਦੀ ਧਰਤੀ 'ਤੇ, ਅਤੇ ਇਸ ਲਈ ਇੱਥੇ ਅੱਜ ਵੀ ਅਗਰ ਦੇਸ਼ 'ਚ ਕੁਛ ਹੁੰਦਾ ਰਹੇ ਤਾਂ ਪੰਜਾਬ 'ਚ ਨਫ਼ਰਤ ਜਿਹੜੀ ਹੈ ਉਹ ਨਹੀਂ ਹੋਏਗੀ। ਇੱਕ ਸਵਾਲ ਕੀਤਾ ਜਾਂਦਾ ਵੀ ਕਲਯੁਗ ਦਾ ਅੰਤ ਹੈ ਜਿਹੜਾ ਉਹ ਕਿਵੇਂ ਹੋਊਗਾ? ਕਿ ਜਿਵੇਂ ਬਾਕੀ ਕਿਸੇ ਧਰਮ ਦੀ ਗੱਲ ਕਰੀਏ ਆਪਾਂ ਤਾਂ ਕਲਕੀ ਅਵਤਾਰ ਦੀ ਤਰ੍ਹਾਂ ਹੀ ਇਸਲਾਮ ਦੇ ਵਿੱਚ ਵੀ ਕੁਛ ਇੱਦਾਂ ਹੈ। ਕਲਗੀ ਅਵਤਾਰ ਦਾ ਜ਼ਿਕਰ ਇਸਲਾਮ ਨੇ ਕੀਤਾ ਹੈ, ਉਹ ਹਜ਼ਰਤ ਮੁਹੰਮਦ ਸਾਹਿਬ ਦੇ ਲਈ ਕੀਤਾ। ਹਜ਼ਰਤ ਮੁਹੰਮਦ ਸਾਹਿਬ ਦੇ ਆਉਣ ਤੋਂ ਪਹਿਲਾਂ ਹਾਲਤ ਜਿਹੜੀ ਸੀ ਦੁਨੀਆ ਦੀ ਬਹੁਤ ਜ਼ਿਆਦਾ ਖਰਾਬ ਸੀ। ਸਿਰਫ ਮੱਕਾ ਹੀ ਨਹੀਂ, ਪੂਰੇ ਵਿਸ਼ਵ ਦੇ ਵਿੱਚ ਅਗਰ ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦਾ ਇਤਿਹਾਸ ਨੂੰ ਅਤੇ ਉਸ ਵੇਲੇ ਦੇ ਦੁਨੀਆ ਦੇ ਇਤਿਹਾਸ ਨੂੰ ਬਰਾਬਰ ਕੰਪੈਰੀਜ਼ਨ ਕਰੋਗੇ ਨਾ, ਅਤੇ ਦੋ ਚੀਜ਼ਾਂ ਉੱਥੇ ਜ਼ਿਆਦਾ ਸੀ। ਇੱਕ ਤਾਂ ਬੇਟੀਆਂ ਦਾ ਕਤਲ, ਦੂਸਰਾ ਗੁਲਾਮੀ ਦੀ ਪ੍ਰਥਾ, ਇਨਸਾਨ ਮੰਡੀਆਂ 'ਚ ਵੇਚੇ ਜਾਂਦੇ ਸੀ, ਤੀਸਰਾ ਛੂਆ-ਛੂਤ। ਕੋਈ ਵੀ ਅੱਜ ਵੀ ਹੈ ਮੇਰੇ ਹਿਸਾਬ ਨਾਲ ਹੈ, ਲੇਕਿਨ ਇਸਲਾਮ ਨੇ ਉਹਨੂੰ 90% ਤੱਕ ਆਪਣੇ ਦੌਰ ਦੇ ਵਿੱਚ ਘਟਾ ਦਿੱਤਾ। ਮਿਸਾਲ ਦੇ ਤੌਰ 'ਤੇ ਪੂਰਾ ਅਫਰੀਕਾ, ਉੱਥੇ ਦੇ ਗੁਲਾਮ ਪੂਰੀ ਦੁਨੀਆ 'ਚ ਵੇਚਦੇ ਸੀ। ਸਾਡਾ ਮੁਲਕ ਹੈ, ਇੱਕ ਖੂਹ ਤੋਂ ਦੋ ਲੋਕ ਪਾਣੀ ਨਹੀਂ ਪੀ ਸਕਦੇ ਸੀ ਅੱਜ ਤੋਂ ਪਹਿਲਾਂ। ਅਰਬ ਹੈ, ਬੇਟੀਆਂ ਨੂੰ ਜ਼ਿੰਦਾ ਹੁੰਦੇ ਹੀ ਰੇਤੇ 'ਚ ਦੱਬੇ ਜਾਂਦੇ ਸੀਗੇ। ਯੂਰਪ ਹੈ, ਜ਼ਿਮੀਂਦਾਰ ਜਿਹੜੇ ਖੇਤਾਂ 'ਚ ਕੰਮ ਕਰਦੇ ਹੈ, ਉੱਥੇ ਬਹੁਤ ਸਾਰੀਆਂ ਫਿਲਮਾਂ ਵੀ ਬਣੀਆਂ ਹੋਈਆਂ। ਉਹਨਾਂ ਦੇ ਬੱਚੇ ਜੇ ਭੁੱਖੇ ਵੀ ਮਰ ਜਾਣ ਤਾਂ ਵੀ ਮਾਲਕ ਜਿਹੜਾ ਹੈ ਉਹਨਾਂ ਨੂੰ ਖਾਣ ਲਈ ਕੋਈ ਆਟਾ, ਕੋਈ ਕਣਕ, ਕੋਈ ਰਿਸਕ ਨਹੀਂ